हाँ जी सत श्री अकाल की हाल चाल है साਰਿਆਂ ਦਾ ठीक ठाक हो ਤੁਸੀਂ ठीक है जी। पिछले ਲੈਕਚਰ ਦੇ ਵਿੱਚ ਆਪਾਂ ਨਾਈਟ੍ਰੋਜਨ ਫੈਮਿਲੀ ਦੀ ਸਟੱਡੀ ਕੀਤੀ ਕੰਪਲੀਟ ਹੋ ਗਿਆ ਸੀ ਤੇ ਅੱਜ ਦਾ ਆਪਾਂ ਟੌਪਿਕ ਸ਼ੁਰੂ ਕਰਦੇ ਹਾਂ ਨੈਕਸਟ ਫੈਮਿਲੀ ਜੋ ਤੁਹਾਡੇ ਸਿਲੇਬਸ ਦੇ ਵਿੱਚ ਹੈਗੀ ਹੈ ਦੈਟ ਇਜ਼ ਦਾ ਆਕਸੀਜਨ ਫੈਮਿਲੀ। ਆਕਸੀਜਨ ਫੈਮਿਲੀ ਗਰੁੱਪ 16 ਵੀ ਕਿਹਾ ਜਾਂਦਾ ਇਹਨੂੰ, ਗਰੁੱਪ 16 ਹੈ ਨਾ। 6 ਇਲੈਕਟ੍ਰੋਨ ਇਨ देयर ਆਊਟਰਮੋਸਟ ਸ਼ੈਲ, ਠੀਕ ਹੈ ਜੀ। ਗਰੁੱਪ 16 ਆਕਸੀਜਨ ਫੈਮਿਲੀ। ਇਹਨਾਂ ਦੇ ਪਹਿਲਾਂ ਐਲੀਮੈਂਟ ਐਜ਼ ਯੂਜ਼ੁਅਲ ਜਿਵੇਂ ਤੁਹਾਨੂੰ ਪਹਿਲਾਂ ਯਾਦ ਕਰਵਾਏ ਹੋਏ ਨੇ। ਇਹਨੂੰ ਕਿੱਦਾਂ ਯਾਦ ਕਰਾਂਗੇ? ਉਸ ਸੇ ਟੇਪੋ, ਉਸ ਸੇ ਟੇਪੋ, ਉਸ ਸੇ ਟੇਪੋ ਇਹਦੇ ਐਲੀਮੈਂਟ ਹੋ ਗਏ। ਆਕਸੀਜਨ, ਸਲਫਰ, ਸਿਲੂਰੀਅਮ, ਟੈਲੂਰੀਅਮ ਤੇ ਪੋਲੋਨੀਅਮ ਇਹਦੇ ਐਲੀਮੈਂਟ ਹੋ ਗਏ। ਤਾਂ ਇਹਨਾਂ ਦੀ ਅੱਗੇ ਤੁਸੀਂ ਹੈਡਿੰਗ ਬਣਾ ਲਓ, ਇਹਨਾਂ ਦੀ ਜਨਰਲ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ। ਜਨਰਲ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਿਹੜਾ ਇਹ ਹੈਡਿੰਗ ਬਣਾ ਕੇ ਲਿਖਣਾ ਹੈ ਉਹ ਇਹਨਾਂ ਦੀ ਜਿਹੜੀ ਹੈਗੀ ਹੈ 6 ਇਲੈਕਟ੍ਰੋਨ ਲਾਸਟ ਦੇ ਵਿੱਚ ਨੇ। ਕੀ ਹੋ ਜਾਏਗਾ? NS2 ਤੇ NP4, NS2 NP4 ਟੋਟਲ 4 ਤੇ 2 6 ਹੋ ਗਏ, ਠੀਕ ਹੈ। ਆਕਸੀਜਨ ਦੇ ਕੇਸ ਦੇ ਵਿੱਚ ਉਹ ਕੀ ਹੋਣਗੇ? 2S2 ਤੇ 2P4 ਹੋ ਗਏ। ਮੂਵਿੰਗ ਡਾਊਨ ਪ੍ਰਿੰਸੀਪਲ ਸ਼ੈਲ ਇਨਕਰੀਜ਼ ਕਰਦਾ ਜਾਊਗਾ। ਇਸ ਦੇ ਵਿੱਚ 3 ਯੂਜ਼ ਹੋ ਜਾਊਗਾ, 4 5 ਤੇ 6। S2 ਤੇ P4 ਜਿਹੜਾ ਹੈਗਾ ਐਜ਼ ਇਟ ਇਜ਼ ਚੱਲਦਾ ਰਹੂਗਾ। 3S2 4S2 5S2 6S2 3 4 5 6 P ਦੇ ਵਿੱਚ ਸਾਰਿਆਂ ਦੇ ਵਿੱਚ ਇਹਨਾਂ ਦੇ 4 ਜਿਹੜੇ ਹੈਗੇ ਇਲੈਕਟ੍ਰੋਨ ਆਉਂਦੇ ਰਹਿਣਗੇ, ਠੀਕ ਹੈ ਜੀ। ਨੈਕਸਟ ਆਪਾਂ ਪ੍ਰੋਪਰਟੀ ਦੀ ਗੱਲ ਕਰਦੇ ਹਾਂ, ਅਟੋਮਿਕ ਤੇ ਆਇਨਿਕ ਸਾਈਜ਼। ਉਹੀ ਸੇਮ ਪੈਟਰਨ ਤੇ ਚੱਲਣਗੀਆਂ ਪ੍ਰੋਪਰਟੀ, ਉੱਦਾਂ ਹੀ ਫਿਜ਼ੀਕਲ ਪ੍ਰੋਪਰਟੀ ਪੜਾਂਗੇ, ਫਿਰ ਉਹਨਾਂ ਦੀਆਂ ਕੈਮੀਕਲ ਪ੍ਰੋਪਰਟੀ ਪੜਾਂਗੇ, ਉਹਨਾਂ ਦੇ ਜਿਹੜੇ ਕੰਪਾਊਂਡ ਬਣਨਗੇ ਉਹਨਾਂ ਦੀ ਆਪਸ ਸਟੱਡੀ, ਫਿਰ ਇੰਪੋਰਟੈਂਟ ਕੰਪਾਊਂਡ, ਫਿਰ ਆਕਸੋ ਐਸਿਡ। ਜਿਵੇਂ ਨਾਈਟ੍ਰੋਜਨ ਫੈਮਿਲੀ 'ਚ ਕੀਤਾ ਸੀ ਉੱਦਾਂ ਹੀ ਸਟੈਪ ਬਾਏ ਸਟੈਪ ਚੱਲਦੇ ਜਾਵਾਂਗੇ। ਇੱਕ ਚੀਜ਼ ਜਿਹੜੀ ਨਵੀਂ ਐਡ ਹੋਊਗੀ ਉਹ ਕੀ ਹੋਊ? ਕੰਪੈਰੀਜ਼ਨ ਐਡ ਹੋ ਜਾਏਗਾ। ਕੋਰਸਪੋਂਡਿੰਗ ਐਲੀਮੈਂਟ ਦੇ ਵਿੱਚ ਕੰਪੈਰੀਜ਼ਨ, ਕੁਛ ਕੁਐਸਚਨ ਟੂ ਮੱਚ ਇੰਪੋਰਟੈਂਟ ਨੇ, ਹਾਈਲਾਈਟ ਕਰਵਾਊਂਗਾ, ਉਹ ਐਡ ਹੋਣਗੇ। ਹਾਂਜੀ, ਐਟੋਮਿਕ ਤੇ ਆਇਨਿਕ ਸਾਈਜ਼ ਦੀ ਗੱਲ ਕਰਦਾ ਜਨਰਲੀ। ਤੋਂ ਨੈਕਸਟ ਜਿਹੜਾ ਪੁਆਇੰਟ ਲਿਖੋ, ਆਪਾਂ ਨੂੰ ਗੱਲ ਦਾ ਪਤਾ ਕਿ ਟੌਪ ਟੂ ਬਾਟਮ ਜਦੋਂ ਆਪਾਂ ਡਾਊਨ ਜਾਂਦੇ ਹੈਗੇ ਹੈ ਨਾ, ਇਨਕਰੀਜ਼ ਕਰਦਾ ਹੈ। ਕਿਉਂ ਇਨਕਰੀਜ਼ ਕਰਦਾ ਹੈ? ਬਿਕਾਜ਼ ਪ੍ਰਿੰਸੀਪਲ ਸ਼ੈਲ ਗੋਜ਼ ਔਨ ਇਨਕਰੀਜ਼ਿਸ। 2 3 4 5 6 ਆ ਨਿਊਕਲੀਅਸ ਹੈ, ਆ ਫਸਟ ਸੈਕਿੰਡ ਥਰਡ 4 5 6 ਇੱਦਾਂ ਦੂਰ ਹੁੰਦਾ ਜਾਂਦਾ। ਪ੍ਰਿੰਸੀਪਲ ਸ਼ੈਲ ਇਨਕਰੀਜ਼ ਕਰਦਾ ਜਾਂਦਾ ਹੈ ਤਾਂ ਆਪਣੇ ਕੋਲ ਜਿਹੜਾ ਹੈਗਾ ਸਾਈਜ਼ ਜਿਹੜਾ ਹੈਗਾ ਦੂਰ ਹੁੰਦਾ ਜਾਂਦਾ, ਠੀਕ ਹੈ ਜੀ, ਵੱਡਾ ਹੁੰਦਾ ਜਾਂਦਾ। ਲੈਫਟ ਟੂ ਰਾਈਟ ਜੇ ਆਪਾਂ ਗੱਲ ਕਰਾਂਗੇ ਤਾਂ ਫਿਰ ਪ੍ਰਿੰਸੀਪਲ ਸ਼ੈਲ ਰਿਮੇਨ ਕੌਨਸਟੈਂਟ, ਤਾਂ ਸਾਈਜ਼ ਜਿਹੜਾ ਹੈਗਾ ਉਹ ਡਿਕਰੀਜ਼ ਕਰੂਗਾ ਕਿਉਂਕਿ ਦੇਖੋ ਆਪਾਂ ਕੰਪੈਰੀਜ਼ਨ ਕਰਦੇ ਹਾਂ। ਨਾਈਟ੍ਰੋਜਨ ਫੈਮਿਲੀ ਦੇ ਵਿੱਚ ਕੀ ਸੀਗਾ? 2S2 2P4 3। ਆਕਸੀਜਨ ਉਸ ਤੋਂ ਨੈਕਸਟ ਐਲੀਮੈਂਟ ਹੈ, ਉਹਦੇ ਵਿੱਚ 2P4 ਆ ਗਿਆ, ਇੱਕ ਇਲੈਕਟ੍ਰੋਨ ਐਡ ਹੋ ਗਿਆ। ਨੈਕਸਟ ਵਾਲੇ 'ਚ 5 ਆ ਜਾਊਗਾ, 6 ਆ ਜਾਊਗਾ। ਹੋਣਗੇ ਤਾਂ P ਦੇ ਵਿੱਚ ਹੀ ਐਡ, ਕਿਉਂਕਿ P 'ਚ ਮੈਕਸਿਮਮ 6 ਆ ਸਕਦੇ ਹੁੰਦੇ, 3 4 5 6 ਤਾਂ ਰਹਿਣਗੇ 2P ਦੇ ਵਿੱਚ ਹੀ। ਲੈਫਟ ਟੂ ਰਾਈਟ ਜਦੋਂ ਮੂਵ ਕਰਾਂਗੇ ਪ੍ਰਿੰਸੀਪਲ ਸ਼ੈਲ ਆਪਣਾ ਉਹੀ ਰਹੂਗਾ, ਜਿਹਦੇ ਨਾਲ ਜਿਹੜਾ ਹੈਗਾ ਵਿਦ ਇਨਕਰੀਜ਼ ਇਨ ਇਲੈਕਟ੍ਰੋਨ ਆਊਟਰਮੋਸਟ ਸ਼ੈਲ ਦੇ ਵਿੱਚ ਨਿਊਕਲੀਅਰ ਜਿਹੜੀਆਂ ਅਟਰੈਕਸ਼ਨ ਨੇ ਜਾਂ ਨਿਊਕਲੀਅਸ ਦੀਆਂ ਅਟਰੈਕਸ਼ਨ ਵਿਦ ਆਊਟਰਮੋਸਟ ਸ਼ੈਲ ਦੇ ਨਾਲ ਕੀ ਹੈ? ਇਨਕਰੀਜ਼ ਹੋ ਜਾਣਗੀਆਂ। ਪਹਿਲਾਂ ਕੀ ਹੈਗਾ? ਨਾਈਟ੍ਰੋਜਨ ਦੇ 3 P ਦੇ ਵਿੱਚ ਸੀਗੇ ਅਤੇ ਇਲੈਕਟ੍ਰੋਨ ਵੀ ਉਨੇ ਹੀ ਸੀ। ਜਦੋਂ ਪ੍ਰੋਟੋਨ ਇਨਕਰੀਜ਼ ਹੋਏ, ਨੰਬਰ ਇਨਕਰੀਜ਼ ਹੋਣ ਦੇ ਨਾਲ ਤਾਂ ਇਲੈਕਟ੍ਰੋਨ 4 ਹੋ ਗਏ, 5 ਹੋ ਗਏ, 6 ਹੋ ਗਏ। ਮਤਲਬ ਜਿੰਨੇ ਇਨਕਰੀਜ਼ ਹੁੰਦੇ ਜਾਣਗੇ ਉਨੀਆਂ ਫੋਰਸਿਸ ਆਫ ਅਟਰੈਕਸ਼ਨ ਜਿਹੜੀਆਂ ਹੈਗੀਆਂ ਆਪੋਜ਼ਿਟ ਚਾਰਜ ਦੀਆਂ ਇਨਕਰੀਜ਼ ਹੁੰਦੀਆਂ ਜਾਣਗੀਆਂ, ਜਿਹਦੇ ਨਾਲ ਆਪਾਂ ਇਹ ਕਹਿ ਦਾਂਗੇ ਕਿ ਇਹਨਾਂ ਦਾ ਸਾਈਜ਼ ਹੋ ਗਿਆ ਜਿਹੜਾ ਡਿਕਰੀਜ਼ ਹੁੰਦਾ ਗਿਆ, ਠੀਕ ਹੈ ਜੀ। ਇੱਕ ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਅਨੋਮਲਸ ਬਿਹੇਵੀਅਰ ਆ ਜਾਂਦਾ। ਉਹ ਕੀ ਚੀਜ਼ ਹੈ? ਬੜਾ ਇੰਪੋਰਟੈਂਟ ਹੈ ਅਸਲ ਵਿੱਚ। ਉਹ ਨਾ ਕਈ ਜਗ੍ਹਾ 'ਤੇ ਯੂਜ਼ ਹੋਊਗਾ, ਜਿਵੇਂ ਕਿ ਨੈਕਸਟ ਮੈਂ ਟੌਪਿਕ ਹੀ ਇਹਦੇ 'ਚ ਦੱਸਦਾ ਹੈਗਾ, ਉਹਦੇ ਨਾਲ ਹੀ ਕੋਰਿਲੇਟ ਕਰ ਦੂੰਗਾ। ਸੈਕੰਡ ਵਨ ਇਜ਼ ਦਾ ਆਇਓਨਾਈਜੇਸ਼ਨ ਇਨਥੈਲਪੀ। ਲਿਖੋ
ਆਇਓਨਾਈਜੇਸ਼ਨ ਇੰਥੈਲਪੀ ਦੀ ਤੁਹਾਨੂੰ ਡੈਫੀਨੇਸ਼ਨ ਆਉਂਦੀ ਹੈ, ਕੀ ਹੁੰਦਾ ਹੈ, ਅਮਾਊਂਟ ਆਫ એનર્ਜੀ ਰਿਕੁਆਇਰਡ ਟੂ ਰਿਮੂਵ ਦਾ ਲਾਸਟ ਇਲੈਕਟ੍ਰੋਨ ਫਰੋਮ ਐਨ ਐਲੀਮੈਂਟ ਵੈਨ ਇਟ ਇਜ਼ ਇਨ ਗੈਸ਼ੀਅਸ ਸਟੇਟ, ਹੈ ਨਾ। ਆਊਟਮੋਸਟ ਸ਼ੈਲ ਦੇ ਵਿੱਚੋਂ ਜਿਹੜਾ ਲਾਸਟ ਇਲੈਕਟ੍ਰੋਨ ਨੂੰ ਗੈਸ਼ੀਅਸ ਸਟੇਟ 'ਚ ਆਪਾਂ ਰਿਮੂਵ ਕਰਦੇ ਹਾਂ, ਜਿੰਨੀ ਕੁ એનર્ਜੀ ਲੱਗਦੀ ਹੈ ਉਹਨੂੰ ਰਿਮੂਵ ਕਰਨ ਦੇ ਲਈ, ਉਹਦੀ ਬੌਂਡ ਤੋੜਨ ਦੇ ਲਈ ਨਿਊਕਲੀਅਸ ਦੇ ਨਾਲੋਂ, ਤਾਂ ਉਹਨੂੰ ਆਪਾਂ ਆਇਓਨਾਈਜੇਸ਼ਨ ਇੰਥੈਲਪੀ ਦਾ ਨਾਮ ਦਿੰਦੇ ਹਾਂ। ਆਇਓਨਾਈਜੇਸ਼ਨ ਇੰਥੈਲਪੀ ਜਿਹੜੀ ਸਾਈਜ਼ ਦੇ ਆਪੋਜ਼ਿਟ ਹੁੰਦੀ ਆ, ਮੂਵਿੰਗ ਡਾਊਨ ਸਾਈਜ਼ ਇਨਕਰੀਜ਼ ਕਰਦਾ ਹੈ ਤਾਂ ਆਇਓਨਾਈਜੇਸ਼ਨ એનર્ਜੀ ਕੀ ਹੋਏਗੀ, ਡਿਕਰੀਜ਼ ਹੋਏਗੀ। ਲੈਫਟ ਟੂ ਰਾਈਟ ਸਾਈਜ਼ ਡਿਕਰੀਜ਼ ਕਰਦਾ ਹੈ ਤਾਂ ਆਇਓਨਾਈਜੇਸ਼ਨ ਇੰਥੈਲਪੀ ਇਨਕਰੀਜ਼ ਹੋ ਜਾਏਗੀ। ਹਾਂਜੀ, ਇਹ ਹੋ ਗਿਆ ਦਾ ਜਨਰਲ ਟ੍ਰੈਂਡ। ਅਤੇ ਜਿਹੜਾ ਅਨੋਮਲਸ ਡਿਫਰੈਂਟ ਯੂਨੀਕ ਬਿਹੇਵੀਅਰ ਆ ਜਾਂਦਾ, ਉਹਦੇ 'ਚ ਸਟੱਡੀ ਕਰਦੇ ਹਾਂ। ਹੁਣ ਆਪਾਂ ਨੂੰ ਇੱਕ ਗੱਲ ਦਾ ਪਤਾ, ਇੱਕ ਗੱਲ ਹੁਣ ਕਹਿ ਚੁੱਕੇ ਹਾਂ ਕਿ ਲੈਫਟ ਟੂ ਰਾਈਟ ਆਇਓਨਾਈਜੇਸ਼ਨ ਇੰਥੈਲਪੀ ਜਿਹੜਾ ਸਾਈਜ਼ ਡਿਕਰੀਜ਼ ਕਰਦਾ ਤਾਂ ਆਇਓਨਾਈਜੇਸ਼ਨ ਇੰਥੈਲਪੀ ਇਨਕਰੀਜ਼ ਕਰੂਗੀ, ਇਹੀ ਗੱਲ ਕਹੀ ਹੈ। ਤਾਂ ਹੁਣ ਇੱਥੇ ਕੰਪੈਰੀਜ਼ਨ ਆ ਗਿਆ, ਇਹ ਹਾਈਲਾਈਟ ਕਰ ਲਓ, ਬੜਾ ਇੰਪੋਰਟੈਂਟ ਹੈ, 1 ਨੰਬਰ ਦਾ ਕੁਐਸਚਨ ਆ ਜਾਂਦਾ। ਇੱਥੇ ਨਾਈਟ੍ਰੋਜਨ ਹੈ, ਇੱਥੇ ਆਕਸੀਜਨ ਹੈ। ਨਾਈਟ੍ਰੋਜਨ ਦੇ ਵਿੱਚ ਕੀ ਹੁੰਦਾ ਹੈਗਾ, ਐਸ ਦੇ ਵਿੱਚ 2 ਇਲੈਕਟ੍ਰੋਨ ਹੁੰਦੇ ਨੇ, ਪੀ ਦੇ ਵਿੱਚ ਕਿੰਨੇ ਹੁੰਦੇ ਨੇ, ਆਪਾਂ ਕੀਤੇ ਨੇ 3 ਇਲੈਕਟ੍ਰੋਨ ਹੁੰਦੇ ਨੇ। ਅਗਲਾ ਮੈਂਬਰ ਉਹਦਾ ਜਿਹੜਾ ਆਕਸੀਜਨ ਆ ਗਿਆ। ਆਕਸੀਜਨ ਦੇ ਵਿੱਚ ਕੀ ਹੁੰਦਾ, ਐਸ ਦਾ ਤਾਂ ਉਹੀ ਸੇਮ ਰਹੂਗਾ, ਪੀ ਦੇ ਜਿਹੜੇ ਹੈਗੇ ਨੇ 4 ਇਲੈਕਟ੍ਰੋਨ ਆ ਗਏ ਜੀ। ਕਲੀਅਰ। ਹੁਣ ਲੈਫਟ ਟੂ ਰਾਈਟ ਆਇਓਨਾਈਜੇਸ਼ਨ ਇੰਥੈਲਪੀ ਇਨਕਰੀਜ਼ ਕਹਿੰਦੇ ਆਪਾਂ, ਬਟ ਇਸ ਕੇਸ 'ਚ ਕੀ ਹੁੰਦਾ, ਡਿਫਰੈਂਟ ਹੁੰਦਾ। ਕਹਿੰਦਾ ਫਸਟ ਸਟਾਰ ਪੁਆਇੰਟ ਨੰਬਰ, ਫਸਟ ਆਇਓਨਾਈਜੇਸ਼ਨ ਇੰਥੈਲਪੀ ਆਫ ਨਾਈਟ੍ਰੋਜਨ ਹਾਇਰ ਐਜ਼ ਕੰਪੇਅਰ ਟੂ ਆਕਸੀਜਨ। ਹੋਣਾ ਚਾਹੀਦਾ ਸੀ ਆਕਸੀਜਨ ਦਾ ਜ਼ਿਆਦਾ। ਕਿਉਂ, ਰੀਜ਼ਨ ਕੀ ਹੈ ਇਹਦਾ ਰੀਜ਼ਨ ਇਹ ਆ, ਜਸਟ ਬਿਕਾਜ਼ ਆਫ ਐਕਸਟਰਾ ਸਟੇਬਲ ਕਨਫੀਗਰੇਸ਼ਨ ਆਫ ਨਾਈਟ੍ਰੋਜਨ। ਹਾਫ ਫੀਲਡ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੁੰਦੀ ਹੈ ਨਾਈਟ੍ਰੋਜਨ ਦੇ ਵਿੱਚ। ਆਕਸੀਜਨ ਦੇ ਵਿੱਚ ਜਿਹੜਾ ਹੈਗਾ ਇਹ ਨਾ ਤਾਂ ਹਾਫ ਫੀਲਡ ਨਾ ਕੰਪਲੀਟਲੀ ਫੀਲਡ, ਅਦਰ ਦੈਨ +1 ਦੇ ਵਿੱਚ ਇੱਕ ਆਪਾਂ ਕੈਮੀਕਲ ਬੌਂਡਿੰਗ ਦੇ ਵਿੱਚ ਇੱਕ ਆਪਾਂ ਕੁਐਸਚਨ ਕੀਤਾ ਸੀ, ਬੜਾ ਇੰਪੋਰਟੈਂਟ ਸੀ ਬਾਈ। ਜਾਂ ਪਹਿਲਾ ਕੁਐਸਚਨ ਇਹ ਸੀਗਾ, ਹਾਫ ਫੀਲਡ ਐਂਡ ਕੰਪਲੀਟਲੀ ਫੀਲਡ ਆਰ ਮੋਰ ਸਟੇਬਲ ਐਜ਼ ਕੰਪੇਅਰ ਟੂ ਅਦਰ ਮਤਲਬ ਜਿਹੜੇ ਹਾਫ ਫੀਲਡ ਜਾਂ ਕੰਪਲੀਟਲੀ ਫੀਲਡ ਨਾ ਹੋਣਗੇ। ਦੂਸਰਾ ਆਪਾਂ ਇਹਦੇ 'ਚ ਕੀਤਾ ਸੀਗਾ ਵਾਈ ਦੇ ਆਰ ਐਕਸਟਰਾ ਸਟੇਬਲ, ਤਾਂ +1 ਦਾ ਟੌਪਿਕ ਸੀ। ਸਿਮੈਟਰੀ ਜ਼ਿਆਦਾ ਹੁੰਦੀ ਹੈ ਤਾਂ ਨਾਈਟ੍ਰੋਜਨ ਦੀ ਸਿਮੈਟਰੀ ਜ਼ਿਆਦਾ ਹੈ, ਦੈਟਸ ਵਾਈ ਇਹਦੀ ਜਿਹੜੀ ਆਇਓਨਾਈਜੇਸ਼ਨ ਫਸਟ ਆਇਓਨਾਈਜੇਸ਼ਨ ਥੈਰੇਪੀ, ਫਸਟ ਇਲੈਕਟ੍ਰੋਨ ਰਿਮੂਵ ਕਰਨਾ, ਸਟੇਬਲ ਕਨਫੀਗਰੇਸ਼ਨ 'ਚੋਂ ਕੱਢਣਾ ਜ਼ਿਆਦਾ એનર્ਜੀ ਲੱਗੂਗੀ, ਅਨਸਟੇਬਲ 'ਚੋਂ ਕੱਢਣਾ ਜਿਹੜਾ ਹੈਗਾ ਘੱਟ એનર્ਜੀ ਲੱਗੂਗੀ। ਤਾਂ ਫਸਟ ਆਇਓਨਾਈਜੇਸ਼ਨ ਥੈਰੇਪੀ ਆਫ ਨਾਈਟ੍ਰੋਜਨ ਹਾਇਰ ਦੈਨ ਦੈਟ ਆਫ ਆਕਸੀਜਨ। ਠੀਕ ਹੈ ਜੀ, ਡਨ। ਨੈਕਸਟ ਵਨ ਆਪਾਂ ਗੱਲ ਕਰਦੇ ਹਾਂ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਦੀ। ਅਗਲਾ ਟੌਪਿਕ ਆ ਗਿਆ ਮੈਲਟਿੰਗ MP ਐਂਡ BP, ਬੋਇਲਿੰਗ ਪੁਆਇੰਟ। ਹੁਣ ਆਪਾਂ ਨੂੰ ਇੱਕ ਪਤਾ ਗੱਲ ਦਾ, ਮੈਲਟਿੰਗ ਬੋਇਲਿੰਗ ਪੁਆਇੰਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹਨਾਂ ਦੇ ਵਿੱਚ ਮੈਟਲ ਦੇ ਵਿੱਚ ਤਾਂ ਮੈਟਾਲਿਕ ਬੌਂਡ ਹੁੰਦੇ ਨੇ, ਨਾਨ ਮੈਟਲ ਦੇ ਵਿੱਚ ਜਦੋਂ ਬਲਕ ਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ, ਆਪਾਂ ਪੀਰੀਓਡਿਕ ਟੇਬਲ ਦੇ ਰਾਈਟ ਹੈਂਡ ਸਾਈਡ 'ਤੇ ਲਗਭਗ ਪਹੁੰਚ ਚੁੱਕੇ ਹਾਂ। ਇੱਧਰ ਵਾਂਡਰਵਾਲ ਫੋਰਸਿਸ ਜ਼ਿਆਦਾ ਵਰਕ ਕਰਦੀਆਂ ਨੇ। ਵਾਂਡਰਵਾਲ ਫੋਰਸਿਸ ਜਿਹੜੀਆਂ ਹੁੰਦੀਆਂ ਨੇ ਉਹ ਸਾਈਜ਼ ਦੇ ਉੱਪਰ ਡਿਪੈਂਡ ਕਰਦੀਆਂ ਨੇ। ਤਾਂ ਮੈਲਟਿੰਗ ਬੋਇਲਿੰਗ ਪੁਆਇੰਟ ਇਹਨਾਂ ਦੇ ਵਿੱਚ ਵਾਂਡਰਵਾਲ ਫੋਰਸਿਸ ਨੇ, ਇਹਨਾਂ ਦਾ ਮੂਵਿੰਗ ਡਾਊਨ ਮੈਲਟਿੰਗ ਬੋਇਲਿੰਗ ਪੁਆਇੰਟ ਇਨਕਰੀਜ਼ ਹੋਊਗਾ। ਬਿਕਾਜ਼ ਕੀ ਹੈ, ਕਿਉਂਕਿ ਸਾਈਜ਼ ਇਨਕਰੀਜ਼ਸ, ਅਟਰੈਕਸ਼ਨ ਇਨਕਰੀਜ਼ਸ, ਤਾਂ ਮੈਲਟਿੰਗ ਬੋਇਲਿੰਗ ਪੁਆਇੰਟ ਆਲਸੋ ਇਨਕਰੀਜ਼ਸ। ਠੀਕ ਹੈ ਜੀ। ਨੈਕਸਟ ਵਨ ਉਸ ਤੋਂ ਬਾਅਦ ਆਉਂਦੀ ਆਪਾਂ ਮੈਲਟਿੰਗ ਬੋਇਲਿੰਗ ਪੁਆਇੰਟ ਤੋਂ, ਇਹ ਜਨਰਲ ਜੀ ਗੱਲ ਸੀਗੀ, ਇਹ ਵਾਂਡਰਵਾਲ ਫੋਰਸਿਸ ਵਾਲੀ ਬਹੁਤ ਵਾਰੀ ਸਮਝਾ ਚੁੱਕਿਆ ਮੈਂ। ਨੈਕਸਟ ਵਨ ਕੀ ਆਉਂਦਾ ਆਪਣੇ ਕੋਲ, ਇਲੈਕਟ੍ਰੋਨ ਨੈਗੇਟਿਵਿਟੀ। ਹੁਣ ਇਲੈਕਟ੍ਰੋਨ ਨੈਗੇਟਿਵਿਟੀ ਨੈਕਸਟ ਟੌਪਿਕ ਹੈ। ਨੈਕਸਟ ਮਤਲਬ ਇਹਨਾਂ ਦੀ ਪ੍ਰੋਪਰਟੀ ਹੈ ਇਲੈਕਟ੍ਰੋਨ ਨੈਗੇਟਿਵਿਟੀ ਦਾ ਹੈਡਿੰਗ ਬਣਾਓ। ਇਲੈਕਟ੍ਰੋਨ ਨੈਗੇਟਿਵਿਟੀ ਦੇ ਕੇਸਿਸ ਦੇ ਵਿੱਚ ਸਭ ਤੋਂ ਪਹਿਲਾਂ ਉਹੀ ਡੈਫੀਨੇਸ਼ਨ ਦੇਣੀ ਪਊਗੀ ਆਪਾਂ ਨੂੰ। ਕੀ ਹੁੰਦੀ ਹੈ ਡੈਫੀਨੇਸ਼ਨ? ਟੈਂਡੈਂਸੀ ਆਫ ਐਨ ਐਲੀਮੈਂਟ ਟੂ ਅਟਰੈਕਟ ਦਾ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ ਟੂਵਰਡਸ ਇਟਸੈਲਫ। ਠੀਕ ਹੈ ਜੀ। ਇਲੈਕਟ੍ਰੋਨ ਨੈਗੇਟਿਵਿਟੀ ਜਿਹੜੀ ਹੈਗੀ ਉਹ ਡਿਪੈਂਡ ਕਰਦੀ ਹੁੰਦੀ ਹੈ ਨਾਨ ਮੈਟਾਲਿਕ ਕਰੈਕਟਰ 'ਤੇ, ਸਾਈਜ਼ ਦੇ ਉੱਪਰ। ਜਿੰਨਾ ਨਾਨ ਮੈਟਾਲਿਕ ਕਰੈਕਟਰ ਜ਼ਿਆਦਾ ਹੋਊਗਾ ਸਾਈਜ਼ ਛੋਟਾ ਹੋਊਗਾ, ਜਾਂ ਆਪੋਜ਼ਿਟ ਕਰ ਲਓ, ਮੈਟਾਲਿਕ ਕਰੈਕਟਰ ਜ਼ਿਆਦਾ ਹੋਇਆ ਸਾਈਜ਼ ਜ਼ਿਆਦਾ ਹੋਇਆ, ਮਤਲਬ ਨਾਨ ਮੈਟਾਲਿਕ ਕਰੈਕਟਰ ਜ਼ਿਆਦਾ ਸਾਈਜ਼ ਛੋਟਾ, ਉਨੀ ਇਲੈਕਟ੍ਰੋਨ ਨੈਗੇਟਿਵਿਟੀ ਜ਼ਿਆਦਾ ਹੋਊਗੀ। ਫਲੋਰੀਨ ਦੀ ਸਭ ਤੋਂ ਵੱਧ ਹੁੰਦੀ ਹੈ ਕਿਉਂਕਿ ਨਾਨ ਮੈਟਾਲਿਕ ਕਰੈਕਟਰ ਵੀ ਸਭ ਤੋਂ ਜ਼ਿਆਦਾ ਉਹਦਾ, ਅਤੇ ਸਾਈਜ਼ ਵੀ ਬਹੁਤ ਛੋਟਾ ਹੈ ਫਲੋਰੀਨ ਦਾ, ਹੈ ਨਾ। ਠੀਕ ਹੈ ਜੀ।
ਤਾਂ ਇਲੈਕਟ੍ਰੋਨ ਨੈਗੇਟਿਵਿਟੀ ਇਹਨਾਂ ਦੀ ਆਪਾਂ ਗੱਲ ਕਰਾਂਗੇ ਮੂਵਿੰਗ ਡਾਊਨ ਡਿਕਰੀਜ਼ ਹੋਊਗੀ ਕਿਉਂਕਿ ਸਾਈਜ਼ ਵੱਧ ਰਿਹਾ। ਤਾਂ ਜਸਟੀਫਿਕੇਸ਼ਨ ਕੀ ਦਿਓਗੇ? ਮੂਵਿੰਗ ਡਾਊਨ ਡਿਕਰੀਜ਼ਸ ਬਿਕਾਜ਼ ਮੈਟਾਲਿਕ ਕਰੈਕਟਰ ਇਨਕਰੀਜ਼ਸ ਐਂਡ ਸਾਈਜ਼ ਇਨਕਰੀਜ਼ਸ। ਲੈਫਟ ਟੂ ਰਾਈਟ ਦੀ ਜਦੋਂ ਆਪਾਂ ਗੱਲ ਕਰਾਂਗੇ ਇਹਨਾਂ ਦੇ ਇਲੈਕਟ੍ਰੋਨ ਨੈਗੇਟਿਵਿਟੀ ਦੀ, ਤਾਂ ਉਹ ਕੀ ਲਿਖਾਂਗੇ? ਇਨਕਰੀਜ਼ ਕਰੂਗੀ। ਵੈਨ ਵੀ ਮੂਵ ਫਰੋਮ ਲੈਫਟ ਟੂ ਰਾਈਟ ਇਨ ਪਰਟੀਕੂਲਰ ਪੀਰੀਅਡ, ਇਲੈਕਟ੍ਰੋਨ ਨੈਗੇਟਿਵਿਟੀ ਜਿਹੜੀ ਹੈਗੀ ਹੈ ਇਨਕਰੀਜ਼ ਕਰਦੀ ਹੈ। ਕਿਉਂ ਇਨਕਰੀਜ਼ ਕਰਦੀ ਹੈ? ਕਿਉਂਕਿ ਆਪੋਜ਼ਿਟ ਪਹਿਲਾਂ ਵਾਲੇ ਦੇ ਨੋਨ ਮੈਟਾਲਿਕ ਕਰੈਕਟਰ ਇਨਕਰੀਜ਼ ਕਰਦਾ ਹੈ ਅਤੇ ਸਾਈਜ਼ ਜਿਹੜਾ ਹੈਗਾ ਉਹ ਡਿਕਰੀਜ਼ ਕਰਦਾ ਹੈ। ਠੀਕ ਹੈ ਜੀ, ਸਟਾਰ ਪੁਆਇੰਟ ਬਣਾ ਲਓ। ਆਕਸੀਜਨ ਇਜ਼ ਦਾ ਸੈਕਿੰਡ ਮੋਸਟ ਇਲੈਕਟ੍ਰੋਨ ਨੈਗੇਟਿਵ ਐਲੀਮੈਂਟ ਇਨ ਦਾ ਪੀਰੀਓਡਿਕ ਟੇਬਲ। ਠੀਕ ਹੈ ਜੀ, ਉਸ ਤੋਂ ਬਾਅਦ ਮੈਟਾਲਿਕ ਕਰੈਕਟਰ ਹੋਣੇ ਇਹਦੇ ਨਾਲ ਹੀ ਕੋਰਿਲੇਟ ਬਣਦਾ ਹੈ। ਮੂਵਿੰਗ ਡਾਊਨ ਇਨਕਰੀਜ਼ ਕਰੂਗਾ, ਲੈਫਟ ਟੂ ਰਾਈਟ ਡਿਕਰੀਜ਼ ਕਰੂਗਾ ਜੀ, ਸਿੰਪਲ ਜੀ ਗੱਲ ਹੈ। ਨੈਕਸਟ ਇੱਕ ਇਹਨਾਂ 'ਚ ਨਈ ਪ੍ਰੋਪਰਟੀ ਆ ਜਿਹੜੀ +1 ਦੇ ਵਿੱਚ ਆਪਾਂ ਕੀਤੀ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ, 3rd ਚੈਪਟਰ ਦੇ ਵਿੱਚ ਪ੍ਰੋਪਰਟੀ ਆਪਾਂ ਕੀਤੀ ਸੀਗੀ ਇਲੈਕਟ੍ਰੋਨ ਅਫਿਨਿਟੀ, ਜਿਹਨੂੰ ਇਲੈਕਟ੍ਰੋਨ ਗੇਨ ਇੰਥੈਲਪੀ ਵੀ ਕਹਿੰਦੇ ਆ। ਬਹੁਤ ਡਿਟੇਲ ਨਾਲ ਸਮਝਾਈ ਸੀ। ਇਲੈਕਟ੍ਰੋਨ ਅਫਿਨਿਟੀ, ਇਲੈਕਟ੍ਰੋਨ ਗੇਨ ਇੰਥੈਲਪੀ ਥੋੜ੍ਹਾ ਜਿਹਾ ਦੱਸ ਦਿੰਦਾ ਇਹਦੇ ਬਾਰੇ ਫਿਰ ਦੁਬਾਰਾ। ਦੇਖੋ ਇੱਕ ਨਈ ਪ੍ਰੋਪਰਟੀ ਆ ਗਈ, ਇਹਨੂੰ ਹਾਈਲਾਈਟ ਕਰਕੇ ਲਿਖ ਲਓ ਇਸ ਟੌਪਿਕ ਨੂੰ, ਬੜਾ ਇੰਪੋਰਟੈਂਟ ਹੈ। ਸਭ ਤੋਂ ਪਹਿਲੀ ਗੱਲ, ਇਲੈਕਟ੍ਰੋਨ ਗੇਨ ਇੰਥੈਲਪੀ ਜਾਂ ਇਲੈਕਟ੍ਰੋਨ ਅਫਿਨਿਟੀ ਵਨ ਆਫ ਦਾ ਸੇਮ ਥਿੰਗ। ਇਹਨਾਂ ਦਾ ਫਰਕ ਕੀ ਹੈ? ਜਸਟ ਸਾਈਨ ਕਨਵੈਂਸ਼ਨ ਦਾ ਫਰਕ ਹੈਗਾ। ਅਗਰ ਇੱਕ ਦੀ ਵੈਲਿਊ ਪੋਜ਼ਿਟਿਵ ਹੈ ਤਾਂ ਦੂਸਰੇ ਦੀ ਉਨੀ ਹੀ ਵੈਲਿਊ ਹੋਏਗੀ, ਬਟ ਉਹ ਨੈਗੇਟਿਵ, ਉਹਦੇ ਅੱਗੇ ਸਾਈਨ ਨੈਗੇਟਿਵ ਦਾ ਆ ਜਾਊ, ਹੋਰ ਕੋਈ ਫਰਕ ਨਹੀਂ। ਇੱਕ ਟ੍ਰੈਂਡ ਉਹਨੂੰ ਨੈਗੇਟਿਵਿਟੀ ਦੇ ਮਤਲਬ ਨੈਗੇਟਿਵ ਸਿੰਬਲ ਦੇ ਵਿੱਚ ਸਟੱਡੀ ਕਰਦਾ, ਇੱਕ ਉਹਨੂੰ ਪੋਜ਼ਿਟਿਵ ਸਿੰਬਲ ਸਟੱਡੀ ਕਰਦਾ। ਪਹਿਲੀ ਗੱਲ, ਇਹਨਾਂ ਦਾ ਕੋਈ ਫਰਕ ਨਹੀਂ। ਉਸ ਤੋਂ ਬਾਅਦ ਹੁੰਦੀ ਕੀ ਹੈ, ਹੁਣ ਕਿਸੇ ਵੀ ਐਲੀਮੈਂਟ ਦੇ ਵਿੱਚੋਂ ਲਾਸਟ ਇਲੈਕਟ੍ਰੋਨ ਨੌਕ ਆਊਟ ਕਰਨ ਦੇ ਲਈ ਜਿਹੜੀ એનર્ਜੀ ਚਾਹੀਦੀ ਹੈ ਉਹ ਹੁੰਦੀ ਹੈ ਆਇਓਨਾਈਜ਼ੇਸ਼ਨ ਥੈਰੇਪੀ। ਕਿਸੇ ਵੀ ਐਲੀਮੈਂਟ ਦੇ ਵਿੱਚ ਗੈਸ਼ੀਅਸ ਸਟੇਟ ਦੇ ਵਿੱਚ ਜਦੋਂ ਐਕਸਟਰਾ ਇਲੈਕਟ੍ਰੋਨ ਐਡ ਹੁੰਦਾ ਹੈ, ਜਿਹੜੀ એનર્ਜੀ ਚੇਂਜ ਹੁੰਦੀ ਹੈ ਉਹਨੂੰ ਆਪਾਂ ਇਲੈਕਟ੍ਰੋਨ ਗੇਨ ਇੰਥੈਲਪੀ ਜਾਂ ਇਲੈਕਟ੍ਰੋਨ ਅਫਿਨਿਟੀ ਕਹਿੰਦੇ ਹਾਂ। ਤਾਂ ਕੀ ਕਹਿ ਸਕਦੇ ਹੋ? ਅਮਾਊਂਟ ਆਫ એનર્ਜੀ ਚੇਂਜ when an extra electron is added to an element in its ਮਤਲਬ outermost shell in its gaseous state। ਇਹ ਵੀ ਗੈਸ਼ੀਅਸ ਸਟੇਟ ਦੇ ਵਿੱਚ, ਗੈਸ਼ੀਅਸ ਸਟੇਟ ਦੇ ਵਿੱਚ ਆਊਟਰਮੋਸਟ ਸ਼ੈਲ ਦੇ ਵਿੱਚ ਜਦੋਂ ਐਕਸਟਰਾ ਇਲੈਕਟ੍ਰੋਨ ਐਡ ਕਰੋਗੇ ਤਾਂ ਜਿਹੜੀ એનર્ਜੀ ਚੇਂਜ ਹੁੰਦੀ ਹੈ ਉਹਨੂੰ ਇਲੈਕਟ੍ਰੋਨ ਗੇਨ ਇੰਥੈਲਪੀ ਜਾਂ ਇਲੈਕਟ੍ਰੋਨ ਅਫਿਨਿਟੀ ਕਹਿੰਦੇ ਆ। ਹੁਣ ਇਹ ਇਲੈਕਟ੍ਰੋਨ ਅਫਿਨਿਟੀ ਜਨਰਲ ਤਰੀਕੇ ਨਾਲ ਹੋਰ ਸਮਝਾਉਣਾ ਹੈ, 3 ਟਾਈਪ ਦੀ ਹੁੰਦੀ ਹੈ। ਥ੍ਰੀ ਟਾਈਪ ਦੀ ਹੁੰਦੀ ਹੈ। 3 ਟਾਈਪ ਦੀ ਕਿਵੇਂ? ਹੁਣ ਮੰਨ ਲਓ ਕੋਈ ਐਲੀਮੈਂਟ ਆ, ਉਹਨੂੰ ਇਲੈਕਟ੍ਰੋਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਈਜ਼ੀਲੀ ਅਡੋਪਟ ਕਰ ਲਏਗਾ। ਇੱਕ ਕੋਲ ਇਲੈਕਟ੍ਰੋਨ ਪੂਰੇ ਹੀ ਨੇ, ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ, ਕੋਈ ਲੋੜ ਨਹੀਂ ਉਹਨੂੰ, ਤਾਂ ਉਹ 0 ਇਨਫਿਨਿਟੀ ਸ਼ੋ ਕਰੂਗਾ, ਕੋਈ ਇਨਫਿਨਿਟੀ ਨਹੀਂ ਕਰਨੀ ਉਹਨੇ ਸ਼ੋ। ਬਟ ਫਿਰ ਵੀ ਜੇਕਰ ਤੁਸੀਂ ਜਿਹੜਾ ਹੈਗਾ ਉਹਦਾ ਸਾਈਜ਼ ਵੱਡਾ ਹੈ ਤਾਂ ਆਪਾਂ ਅਗਰ ਜ਼ਬਰਦਸਤੀ ਕਰਕੇ ਇਲੈਕਟ੍ਰੋਨ ਉਹ 'ਚ ਐਂਟਰ ਕਰ ਦਿਆਂਗੇ ਤਾਂ ਮਤਲਬ ਉਹ ਡਿਸਟਰਬ ਨਹੀਂ ਹੁੰਦਾ, ਪਰ ਪਾਣਾ ਉਹਦੇ ਵਿੱਚ ਇਲੈਕਟ੍ਰੋਨ ਐਂਟਰ ਜਿਹੜਾ ਹੈਗਾ ਜ਼ਬਰਦਸਤੀ ਕਰਨਾ ਪੈਣਾ। ਉਸ ਕੇਸ ਦੇ ਵਿੱਚ ਇਹਦੀ ਵੈਲਿਊ ਜਿਹੜੀ ਹੈਗੀ ਆ ਪੋਜ਼ਿਟਿਵ ਹੋ ਜਾਊਗੀ। ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ। ਜੇ ਤਾਂ ਉਹਨੂੰ ਨੀਡ ਹੈਗੀ ਹੈ ਇਲੈਕਟ੍ਰੋਨ ਦੀ, ਈਜ਼ੀਲੀ ਲੈ ਕੇ ਇਲੈਕਟ੍ਰੋਨ ਸਟੇਬਲ ਰਹਿ ਸਕਦਾ ਹੈ, ਤਾਂ ਨੈਗੇਟਿਵ ਵੈਲਿਊ ਹੋਊਗੀ। ਜੇ ਉਹਨੂੰ ਕੋਈ ਜ਼ਰੂਰਤ ਹੀ ਨਹੀਂ ਹੈ, ਪੂਰੇ ਪ੍ਰੀਸਾਈਜ਼ ਨੇ ਇਲੈਕਟ੍ਰੋਨ, ਬੈਲੈਂਸ ਹੀ ਪੂਰੀ ਹੈ ਜਾਂ ਉਹਦਾ ਬੈਲੈਂਸ ਸ਼ੈਲ ਜਿਹੜਾ ਪੂਰਾ ਹੈਗਾ, ਤਾਂ ਫਿਰ ਉਹ 0 ਹੈ। ਬਟ ਸਾਈਜ਼ ਵੀ ਵੱਡਾ ਹੈ, ਬੈਲੈਂਸ ਸ਼ੈਲ ਵੀ ਪੂਰਾ ਹੈ, ਤਾਂ ਈਜ਼ੀਲੀ ਅਕਮੂਲੇਟ ਕਰ ਸਕਦਾ ਹੈ। ਔਰਬਿਟਲ ਖਾਲੀ ਪਏ ਆ ਡੀ ਵਾਲੇ, ਤਾਂ ਉਹਦੇ ਵਿੱਚ ਕੇਸ ਦੇ ਵਿੱਚ ਇਹ ਪੋਜ਼ਿਟਿਵ ਹੋ ਜਾਊ। 0 ਕਿਹਨਾਂ ਦੇ ਕੇਸ 'ਚ ਹੁੰਦੀ ਹੈ? ਨੋਬਲ ਗੈਸਿਸ ਦੇ ਕੇਸਿਸ 'ਚ ਇਹ 0 ਹੁੰਦੀ ਹੈ। ਸਟਾਰ ਪੁਆਇੰਟ ਬਣਾ ਕੇ ਲਿਖਦੇ ਰਹੋ, ਇੰਪੋਰਟੈਂਟ ਪੁਆਇੰਟ ਨੇ। ਨੋਬਲ ਗੈਸਿਸ ਦੀ 0 ਜਿਹੜੀ ਹੈਗੀ ਹੈ ਇਲੈਕਟ੍ਰੋਨ ਗੇਨ ਥੈਰੇਪੀ ਹੁੰਦੀ ਹੈ, ਅਤੇ ਮੂਵਿੰਗ ਡਾਊਨ ਉਹਨਾਂ ਦਾ ਸਾਈਜ਼ ਵੱਧਦਾ ਹੈ। ਜੇ ਤੁਸੀਂ ਜ਼ਬਰਦਸਤੀ ਪਾਓਗੇ ਉਹਨਾਂ 'ਚ ਇਲੈਕਟ੍ਰੋਨ ਤਾਂ ਉਹ ਪੋਜ਼ਿਟਿਵ ਵੈਲਿਊ ਸ਼ੋ ਕਰ ਦੇਣਗੇ। ਅਤੇ ਪੋਜ਼ਿਟਿਵ ਜਨਰਲੀ ਕਿਹਨਾਂ ਨੂੰ ਕਿਹਾ ਜਾਂਦਾ ਹੈ? ਨੋਬਲ ਗੈਸਿਸ ਨੂੰ ਵੀ ਕਹਿ ਸਕਦੇ ਹੋ। ਜਨਰਲ ਨੋਰਮਲ ਜਿਹੜੀ ਕੰਡੀਸ਼ਨ ਦੇ ਵਿੱਚ 0 ਹੁੰਦੀ ਹੈ, ਬਟ ਜ਼ਬਰਦਸਤੀ ਮੂਵਿੰਗ ਡਾਊਨ। ਹੁਣ ਹੀਲੀਅਮ 'ਚ ਦੇ ਉੱਤੇ ਤਾਂ ਇਲੈਕਟ੍ਰੋਨ ਪੈਂਦਾ ਨਹੀਂ, ਹੀਲੀਅਮ ਦੇ ਉੱਤੇ ਕਦੇ ਤੁਸੀਂ ਨੈਗੇਟਿਵ ਚਾਰਜ ਨਹੀਂ ਦੇਖਿਆ ਹੋਊਗਾ, ਠੀਕ ਹੈ, ਪੈਂਦਾ ਹੀ ਨਹੀਂ ਕਿਉਂਕਿ ਸਾਈਜ਼ ਬਹੁਤ ਛੋਟਾ ਹੈ। ਬਟ ਮੂਵਿੰਗ ਡਾਊਨ ਡੀ ਆਰਬਿਟਲ ਐਫ ਆਰਬਿਟਲ ਐਡ ਹੋ ਜਾਂਦੇ ਨੇ, ਸਾਈਜ਼ ਵੱਡਾ, ਤਾਂ ਇੱਕ ਅੱਧਾ ਇਲੈਕਟ੍ਰੋਨ ਜਿਹੜੇ ਹੈਗੇ ਉਹਨੂੰ ਫਰਕ, ਸਟੇਬਿਲਿਟੀ ਦੇ ਉੱਤੇ ਫਰਕ ਨਹੀਂ ਪੈਂਦਾ, ਤਾਂ ਪੋਜ਼ਿਟਿਵ ਆ ਗਈ। ਬਟ ਪੋਜ਼ਿਟਿਵ ਜਿਹੜਾ ਜਨਰਲ ਕਿਹਨੂੰ ਮੰਨਦੇ ਆ ਇਲੈਕਟ੍ਰੋਨ ਗੇਨ ਇੰਥੈਲਪੀ? ਜਿਨ੍ਹਾਂ ਦੀ ਹਾਫ ਫਿਲਡ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੁੰਦੀ ਹੈ,
ਜਿਨ੍ਹਾਂ ਦੀ ਹਾਫ ਫੀਲਡ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੁੰਦੀ ਆ ਉਹਨਾਂ ਦੇ ਕੇਸ ਦੇ ਵਿੱਚ ਇਲੈਕਟ੍ਰੋਨ ਗੇਨ ਥੈਰੇਪੀ ਜਨਰਲੀ ਪੋਜ਼ਿਟਿਵ ਸਟੱਡੀ ਹੁੰਦੀ ਆ। ਤੇ ਹਾਈਲੀ ਨੈਗੇਟਿਵ ਸਟਾਰ ਪੁਆਇੰਟ ਨਾਲੋਂ ਹੈਲੋਜਨ ਫੈਮਿਲੀ ਦੀ ਹਾਈਲੀ ਨੈਗੇਟਿਵ ਵੈਲਿਊ ਆਫ ਇਲੈਕਟ੍ਰੋਨ ਗੇਨ ਇਨਥੈਲਪੀ ਯਾਦ ਰੱਖਿਓ। ਤੇ ਇੱਕ ਸਟਾਰ ਪੁਆਇੰਟ ਹੋਰ ਬਣਾ ਲਓ ਆਕਸੀਜਨ ਫੈਮਿਲੀ ਦੀ ਲੈਸ ਨੈਗੇਟਿਵ, ਇਹ ਵੀ ਸਟਾਰ ਪੁਆਇੰਟ ਬਣਾ ਲਿਓ। ਲੈਸ ਨੈਗੇਟਿਵ ਵੈਸੇ ਤਾਂ ਹਾਈ ਹੁੰਦੀ ਹੈ ਬਟ ਐਜ਼ ਕੰਪੇਅਰ ਟੂ ਜਿਹੜਾ ਹੈਗਾ ਹੈਲੋਜਨ ਫੈਮਿਲੀ ਨਾਲੋਂ ਉਹ ਕੀ ਹੋਊਗੀ ਲੈਸ ਨੈਗੇਟਿਵ ਵੈਲਿਊ ਆਫ ਇਲੈਕਟ੍ਰੋਨ ਗੇਨ ਇਨਥੈਲਪੀ ਹੋ ਜਾਊਗੀ। ਠੀਕ ਹੈ ਜੀ ਆਕਸੀਜਨ ਫੈਮਿਲੀ ਦੀ। ਹਾਂ ਹੁਣ ਉਸ ਤੋਂ ਬਾਅਦ ਇਹਦਾ ਜੇ ਆਪਾਂ ਟ੍ਰੈਂਡ ਦੀ ਗੱਲ ਕਰਾਂਗੇ, ਟ੍ਰੈਂਡ ਫਿਰ ਉਹੀ ਆ ਗਿਆ ਟੌਪ ਟੂ ਬਾਟਮ, ਜਦੋਂ ਇਹ ਕੀ ਹੋਏਗੀ ਡਿਕਰੀਜ਼ ਹੋਏਗੀ। ਕਿਉਂ ਡਿਕਰੀਜ਼ ਹੋਈ? ਕਿਉਂਕਿ ਮੈਟਾਲਿਕ ਕਰੈਕਟਰ ਇਨਕਰੀਜ਼ ਹੋ ਗਿਆ, ਮੈਟਲ ਦਾ ਇਲੈਕਟ੍ਰੋਨ ਲੈਂਦੀਆਂ ਨਹੀਂ। ਟੌਪ ਟੂ ਬਾਟਮ ਇਹਦੀ ਵੈਲਿਊ ਡਿਕਰੀਜ਼ ਹੋਏਗੀ, ਲੈਫਟ ਟੂ ਰਾਈਟ ਇਹਦੀ ਜਿਹੜੀ ਵੈਲਿਊ ਹੋਏਗੀ ਉਹ ਇਨਕਰੀਜ਼ ਹੋਏਗੀ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਨੈਕਸਟ ਟੌਪਿਕ ਜਿਹੜਾ ਕੀ ਆਂਦੇ ਹੁੰਦੇ ਨੇ ਕੈਟੀਨੇਸ਼ਨ ਦਾ। ਕੈਟੀਨੇਸ਼ਨ ਆਪਾਂ ਪਿੱਛੇ ਵੀ ਕੀਤਾ ਸੀ, ਸੈਲਫ ਲਿੰਕੇਜ ਆਪਣੇ ਆਪ ਨਾਲ ਸਿੰਗਲ ਡਬਲ ਟ੍ਰਿਪਲ ਬੌਂਡ ਥਰੂ। ਤਾਂ ਕੈਟੀਨੇਸ਼ਨ ਇਹਦੇ ਵਿੱਚ ਆਕਸੀਜਨ ਸ਼ੋਅ ਕਰਦੀ ਆ ਤੇ ਸਲਫਰ ਮੈਕਸਿਮਮ ਕੈਟੀਨੇਸ਼ਨ ਸ਼ੋਅ ਕਰਦਾ। ਆਕਸੀਜਨ ਦੇ ਕੇਸ ਦੇ ਵਿੱਚ ਜਿਵੇਂ O2 ਹੋ ਗਿਆ ਹੈ ਨਾ, O3 ਹੋ ਗਿਆ, O2 ਦਾ ਜਿਹੜਾ O ਡਬਲ ਬੌਂਡ O ਹੋ ਗਿਆ, O3 ਦਾ O ਡਬਲ ਬੌਂਡ O ਤੇ ਕੋਆਰਡੀਨੇਸ਼ਨ ਬੌਂਡ ਹੁੰਦਾ O3 ਹੋ ਗਿਆ। ਤੇ ਸਲਫਰ ਦੀ ਕੈਟੀਨੇਸ਼ਨ ਹੁੰਦੀ ਜਿਵੇਂ H2S2 ਲੈ ਲੈਂਦੇ ਆਪਾਂ, ਇਹਦੇ ਜੇਕਰ ਸ਼ੇਪ ਦੀ ਤੁਸੀਂ ਗੱਲ ਕਰੋਗੇ HSSH ਇੱਦਾਂ ਹੋ ਗਿਆ, ਜਾਂ H2S4 ਵੀ ਹੁੰਦਾ ਹੈ, H2S4 ਉਹਦੇ ਵਿੱਚ 1 2 3 4 S ਵਿਚਕਾਰ ਲਿਖ ਦਿਓ, ਐਂਡ ਤੇ ਟਰਮੀਨਲ ਪੋਜੀਸ਼ਨ ਤੇ ਜਿਹੜੇ ਹੈਗੇ ਨੇ H ਲਗਾ ਦਿਓ। ਠੀਕ ਹੈ ਜੀ। ਤਾਂ ਇਹ ਕੈਟੀਨੇਸ਼ਨ ਪ੍ਰੋਪਰਟੀ ਹੈ। ਉਸ ਤੋਂ ਬਾਅਦ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਇਹਨਾਂ ਦੀ ਐਲੋਟ੍ਰੋਪੀ ਫਾਰਮ ਦੀ। ਐਲੋਟ੍ਰੋਪੀ ਫਾਰਮ ਦੇ ਵਿੱਚ ਉਹੀ ਫੇਰ ਕਿ ਕੈਮੀਕਲ ਪ੍ਰੋਪਰਟੀ ਸੇਮ ਹੋਵੇ, ਫਿਜ਼ੀਕਲ ਪ੍ਰੋਪਰਟੀ ਡਿਫਰੈਂਟ ਹੋਵੇ, ਉਹਨੂੰ ਐਲੋਟ੍ਰੋਪ ਕਹਿੰਦੇ ਆ। ਐਲੋਟ੍ਰੋਪੀ ਫਾਰਮ ਦੇ ਵਿੱਚ ਆਕਸੀਜਨ ਦੀ ਐਲੋਟ੍ਰੋਪ ਤੇ ਸਲਫਰ ਦੇ ਆਪਾਂ ਸਟੱਡੀ ਕਰਾਂਗੇ। ਵੈਸੇ ਸਲਫਰ ਦੇ ਮੈਕਸਿਮਮ ਨੇ, ਜਿਵੇਂ ਉਹਦੇ 'ਚ ਆਪਾਂ ਨਾਈਟ੍ਰੋਜਨ ਤੇ ਫਾਸਫੋਰਸ ਦੇ, ਬਟ ਫਾਸਫੋਰਸ ਦੀ ਸਟੱਡੀ ਕੀਤੀ ਸੀਗੀ। ਨਾਈਟ੍ਰੋਜਨ ਵਾਲਾ ਐਲੋਟ੍ਰੋਪ ਤਾਂ ਰੇਡੀਓ ਐਕਟਿਵ ਆ, ਉਹ ਤਾਂ ਮੈਂ ਦੱਸਿਆ ਵੀ ਨਹੀਂ ਤੁਹਾਨੂੰ। ਚਲੋ ਉਹ ਟੌਪਿਕ ਤੋਂ ਬਾਹਰ ਦੀ ਗੱਲ ਆ ਗਈ, ਸਿਲੇਬਸ ਤੋਂ ਬਾਹਰ। ਤੇ ਇਸ ਕੇਸ ਦੇ ਵਿੱਚ ਆਕਸੀਜਨ ਦੇ ਥੋੜ੍ਹੀ ਇੰਟਰੋ ਦੇਵਾਂਗੇ, ਕਿਉਂਕਿ ਆਕਸੀਜਨ ਦੇ ਐਲੋਟ੍ਰੋਪ ਕਿਹੜੇ ਕਿਹੜੇ ਹੋ ਗਏ, ਇੱਕ ਤਾਂ O2 ਹੋ ਗਿਆ, ਇੱਕ O3 ਹੋ ਗਿਆ। ਉਸ ਤੋਂ ਬਾਅਦ ਸਲਫਰ ਦੇ ਐਲੋਟ੍ਰੋਪ ਜਿਹੜੇ ਹੈਗੇ ਨੇ ਉਹ ਆਪਾਂ ਜ਼ਰੂਰ ਸਟੱਡੀ ਕਰਾਂਗੇ। ਸਲਫਰ ਦੇ ਕਾਫੀ ਐਲੋਟ੍ਰੋਪ ਹੈਗੇ ਨੇ। ਸਲਫਰ S8 ਵੀ ਐਗਜ਼ਿਸਟ ਕਰਦੀ ਹੈ, S8 ਐਗਜ਼ਿਸਟ ਕਰਦੀ ਹੈ, S6 ਐਗਜ਼ਿਸਟ ਕਰਦੀ ਹੈ। ਇਹਦੀਆਂ ਡਿਫਰੈਂਟ ਸਟਰਕਚਰਸ ਵੀ ਹੁੰਦੀਆਂ। ਉਹ ਬਲੈਕ ਸਲਫਰ ਹੋ ਗਿਆ, ਰੋਮਬਿਕ ਸਲਫਰ ਹੋ ਗਿਆ, ਪਲਾਸਟਿਕ ਸਲਫਰ ਹੋ ਗਿਆ। ਇਹ ਸਲਫਰ ਦੀਆਂ ਜਿਹੜੀਆਂ ਐਲੋਟ੍ਰੋਪ ਫਾਰਮ ਨੇਗੀਆਂ ਨਾ, ਰੋਮਬਿਕ ਹੋ ਗਿਆ, ਪਲਾਸਟਿਕ ਹੋ ਗਿਆ, ਬਲੈਕ, ਬੀਟਾ ਬਲੈਕ, ਅਲਫਾ ਬਲੈਕ, ਉਹ ਅੱਗੇ ਆਉਣਗੀਆਂ, ਉੱਥੇ ਦੱਸੂਗਾ ਤੁਹਾਨੂੰ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਕਸੀਡੇਸ਼ਨ ਸਟੇਟ ਦੀ, ਹੈ ਨਾ। ਆਕਸੀਡੇਸ਼ਨ ਸਟੇਟ ਫਿਰ ਉੱਥੇ ਹੀ ਫਿਰ ਚੀਜ਼ ਉਹੀ ਆ ਗਈ। ਹੁਣ ਇਹਨਾਂ ਦੇ ਸਟਾਰਟਿੰਗ ਤੁਹਾਨੂੰ ਦੱਸਿਆ ਵੀ ਕਿੰਨੇ ਇਲੈਕਟ੍ਰੋਨ ਨੇ, 6 ਇਲੈਕਟ੍ਰੋਨ ਨੇ। ਮਤਲਬ ਜਾਂ ਤਾਂ 2 ਇਹ ਗੇਨ ਕਰ ਲੈਣਗੇ ਆਕਟੇਟ ਕੰਪਲੀਟ ਕਰਨ ਦੇ ਲਈ, ਜਾਂ ਇਹ 6 ਇਲੈਕਟ੍ਰੋਨ ਰਿਲੀਜ਼ ਕਰ ਦੇਣਗੇ। ਤਾਂ -2 ਤੋਂ ਲੈ ਕੇ +6 ਤੱਕ ਇਹਨਾਂ ਦੀ ਜਿਹੜੀ ਆਕਸੀਡੇਸ਼ਨ ਸਟੇਟ ਜਿਹੜੀ ਹੈਗੀ ਆ ਵੇਰੀ ਕਰਦੀ ਆ। ਸੇਮ ਪੈਟਰਨ ਤੇ ਜਿਵੇਂ ਪਿੱਛੇ ਸਮਝਾਇਆ ਸੀ, +6 ਫਰਦਰ 2 ਪਾਰਟ ਦੇ ਵਿੱਚ ਡਿਵਾਈਡ ਹੋ ਜੂ। ਇਕੱਲੇ P ਵਾਲੇ ਨਿਕਲਣਗੇ ਤਾਂ +4 ਹੋ ਜੂ। S ਤੇ P ਦੇ ਕੰਬਾਈਨ ਹੋ ਕੇ 6 ਬਣਦੇ ਨੇ, ਇਕੱਲੇ P ਵਾਲੇ ਨਿਕਲਣਗੇ +4 ਹੋ ਗਿਆ। ਦੋਨੋਂ ਨਿਕਲਦੇ ਨੇ ਤਾਂ +6। ਬਟ ਮੂਵਿੰਗ ਡਾਊਨ ਉਹੀ ਚੀਜ਼ ਫਿਰ ਓਨਲੀ ਟੈਂਡੈਂਸੀ ਟੂ ਸ਼ੋ +4 ਆਕਸੀਡੇਸ਼ਨ ਸਟੇਟ ਜਿਹੜੀ ਹੈਗੀ ਆ ਉਹ ਇਨਕਰੀਜ਼ ਕਰਦੀ ਹੈ। ਕਿਉਂ ਇਨਕਰੀਜ਼ ਕਰਦੀ ਹੈ? ਸੇਮ ਪੈਟਰਨ ਤੇ ਇਨਰਟ ਪੇਅਰ ਇਫੈਕਟ। ਇਨਰਟ ਪੇਅਰ ਇਫੈਕਟ ਦੇ ਬੇਸਿਸ ਦੇ ਉੱਪਰ ਰਿਲੈਕਟੈਂਸ ਆਫ S ਇਲੈਕਟ੍ਰੋਨ ਟੂ ਟੇਕ ਪਾਰਟੀਸਪੇਸ਼ਨ ਇਨ ਕੈਮੀਕਲ ਰਿਐਕਸ਼ਨ, ਕਿ S ਦੇ ਇਲੈਕਟ੍ਰੋਨ ਜਿਹੜੇ ਹੈਗੇ ਨੇ ਪਾਰਟੀਸਪੇਟ ਕਰਨ ਹਟ ਜਾਂਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲੇ ਇਨਰਟ ਪੇਅਰ ਇਫੈਕਟ ਤੋਂ ਬਾਅਦ, ਠੀਕ ਹੈ ਜੀ, ਉਸ ਤੋਂ ਬਾਅਦ ਇਹਨਾਂ ਦੇ ਫਰਦਰ ਫਿਰ ਉਹੀ ਜਿਵੇਂ ਉੱਥੇ ਕੀਤਾ ਸੀਗਾ ਕੈਮੀਕਲ ਪ੍ਰੋਪਰਟੀ ਦੀ ਗੱਲ ਕਰਦੇ ਹਾਂ। 3 ਕੁਐਸਚਨ ਬਣਦੇ ਨੇ ਜੀ, ਆਨਸਰ ਇੱਕੋ ਹੀ ਹੈ। ਜਿਵੇਂ ਕਿ ਆਕਸੀਜਨ ਲਿਖ ਲਓ, ਆਕਸੀਜਨ ਐਗਜ਼ਿਸਟ ਐਜ਼ O2 ਐਂਡ ਲਾਈਕ ਗੈਸ, ਤੇ ਵਾਈਲ ਸਲਫਰ ਐਂਡ ਅਦਰ ਐਲੀਮੈਂਟ ਐਗਜ਼ਿਸਟ ਐਜ਼ ਸੋਲਿਡ। ਠੀਕ ਹੈ, ਐਂਡ ਨਾਟ ਲਾਈਕ O2 ਬਟ S8 ਜਾਂ S6। ਜਸਟੀਫਾਈ ਕਿਉਂ ਹੁੰਦਾ ਵੀ ਆਕਸੀਜਨ ਦਾ ਜਦੋਂ O2 ਹੁੰਦਾ, ਸਲਫਰ ਦਾ S2 ਕਿਉਂ ਨਹੀਂ ਹੁੰਦਾ, ਹੈ ਨਾ। ਜਾਂ ਬਾਕੀ ਐਲੀਮੈਂਟ ਦਾ ਜਨਰਲ ਲੈ ਲੈਣਾ, ਸਾਰੇ ਕੋਈ ਵੀ ਲੈ ਸਕਦੇ ਹੋ, ਸਲਫਰ SCTEBO ਕੋਈ ਮਰਜ਼ੀ ਲੈ ਲਓ।
ਤਾਂ ਇਹਨਾਂ ਨੂੰ ਮੈਂ ਜਰਨਲ E ਲਿਖ ਦਿੰਦਾ ਕਿ E2 ਨਹੀਂ ਹੁੰਦਾ, ਇਹਨਾਂ ਦਾ E6 ਹੁੰਦਾ ਜਾਂ E8 ਹੁੰਦਾ। ਕਿਉਂ ਹੁੰਦਾ ਇਹ ਜਸਟੀਫਿਕੇਸ਼ਨ ਹੈ, ਸੋਲਿਡ ਵੀ ਕਿਉਂ ਹੁੰਦੇ ਨੇ, ਉਸੇ ਡਿਪੈਂਡਿੰਗ ਅਪੋਨ ਸੇਮ ਜਿਹੜਾ ਜਸਟੀਫਿਕੇਸ਼ਨ ਸੀਗਾ। ਤੁਸੀਂ ਕਹੋਗੇ ਡਿਊ ਟੂ ਸਮਾਲ ਸਾਈਜ਼ ਆਫ ਆਕਸੀਜਨ ਤੇ p pi multiple bonding are possible, while in other cases in spite of p pi they prefer to form p pi d pi bonding, that's why exist as E8 ਜਾਂ S8 and as solid, but ਜਿਹੜਾ ਆਕਸੀਜਨ ਹੈਗਾ ਉਹ ਕੀ ਹੋਏਗਾ ਐਜ਼ ਐਨ ਗੈਸ। ਤਾਂ ਆਕਸੀਜਨ ਦਾ ਤਾਂ O2 ਹੋ ਗਿਆ ਡਾਇਰੈਕਟ, ਤੇ ਇਹਨਾਂ ਦਾ ਮੈਂ ਇੱਕ ਲਿਖ ਕੇ ਦਿਖਾ ਦਿੰਦਾ। E8 ਦੀ ਜਿਹੜੀ ਸਟਰਕਚਰ ਹੋਏਗੀ ਉਹ ਕਿੱਦਾਂ ਦੀ, ਪਕਰਡ ਰਿੰਗ ਸਟਰਕਚਰ, W ਪਾਵਾਂਗੇ ਆਪਾਂ ਜੀ, ਪਕਰਡ ਰਿੰਗ ਸਟਰਕਚਰ ਜਿਹੜੀ ਇਹਨਾਂ ਦੀ ਹੁੰਦੀ ਹੈ, ਆਹ ਵਾਲੀ ਸਟਰਕਚਰ ਹੋਏਗੀ ਜੀ। 1 2 3 4 5 6 7 8 ਪਕਰਡ ਰਿੰਗ ਸਟਰਕਚਰ। ਤਾਂ ਇਹ ਸੋਲਿਡ ਐਗਜ਼ਿਸਟ ਕਰਨਗੇ। ਠੀਕ ਹੈ ਜੀ, ਹੋਪ ਕਿ ਸਾਰਾ ਸਮਝ ਆ ਗਿਆ ਹੋਊਗਾ। ਅੱਜ ਲਈ ਇੰਨਾ ਹੀ ਕਾਫੀ ਹੈ। ਨੋਟਸ ਪ੍ਰੋਪਰ ਬਣਾਓ। ਆਲ ਦਾ ਬੈਸਟ। ਕੋਈ ਵੀ ਦਿੱਕਤ ਹੋਵੇ ਤਾਂ ਕਾਲ ਕਰ ਸਕਦੇ।